चलो स्टार्ट करिए। कोई वेटिंग रूम ਦੇ ਵਿੱਚ ਤਾਂ ਨਹੀਂ ਰਹਿ ਗਿਆ। ठीक है भाई, ओके। तो अभी बस स्टार्ट करते हैं। ਅੱਜ ਦਾ ਜਿਹੜਾ ਆਪਣਾ ਮੇਨ ਟੌਪਿਕ ਹੈ ਉਹ ਹੈਗਾ ट्रांसफार्मर। ट्रांस मीन्स ਹੁੰਦਾ किसी चीज ਨੂੰ चेंज करना। फॉर्म मतलब ਜਿਹੜੀ ਕੋਈ ਦੀ ਬਦਲ ਦੇ, मतलब ਵਧਾ ਦੇ ਜਾਂ किसी चीज ਨੂੰ ਘਟਾ ਦੇ, ਉਹ ਆਪਣੇ ਲਈ ਕੀ ਇੱਕ ट्रांसफार्मर ਹੈ। ਹੁਣ ਜਿਹੜਾ ट्रांसफार्मर ਹੈ ਇਹ ਆਪਣੇ ਕੋਲ ਇੱਕ ਅਜਿਹਾ ਡਿਵਾਈਸ ਹੁੰਦਾ ਹੈ ਜਿਹੜਾ ਕੀ ਕਰ ਸਕਦਾ ਹੈ, पोटेंशियल है अपने को ਉਹਨੂੰ ਲੋ ਤੋਂ ਹਾਈ ਦੇ ਵਿੱਚ ਕਨਵਰਟ ਕਰ ਲੈਂਦਾ ਹੈ ਜਾਂ ਫਿਰ ਇਹ ਉਹਦਾ ਉਲਟ ਵੀ ਕਰ ਦਿੰਦਾ ਹੈ। ਮਤਲਬ ਤੁਹਾਡੇ ਕੋਲ ਹਾਈ ਪੋਟੈਂਸ਼ੀਅਲ ਆ ਰਿਹਾ ਉਹਨੂੰ ਕੀ ਕਰ ਦਿੰਦਾ ਇਹ ਲੋ ਵੀ ਕਰ ਦਿੰਦਾ। ਤੁਸੀਂ ਦੇਖਿਆ ਹੋਣਾ ਵੀ ਆਪਣੇ ਅਕਸਰ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਟਰਾਂਸਫਾਰਮਰ ਮਿਲਦੇ ਨੇ। ਉਹ ਕੀ ਕਰਦੇ, ਜਿਹੜੀ ਗ੍ਰਿਡ ਵਿੱਚ ਉਹ ਲਾਈਟ ਜ਼ਿਆਦਾ ਆ ਰਹੀ ਆਪਾਂ ਨੂੰ ਉਹ ਸਟੈਪ ਡਾਊਨ ਕਰਕੇ ਦਿੰਦੇ ਨੇ, ਘਟਾ ਕੇ, ਯਾਨੀ ਕਿ ਆਪਾਂ ਨੂੰ ਜਿਹੜਾ ਪੋਟੈਂਸ਼ੀਅਲ ਉਹ ਹਾਈ ਤੋਂ ਕੀ ਦਿੰਦੇ ਕਰਕੇ ਲੋ। ਕਈ ਵਾਰ ਆਪਣੇ ਘਰੇ ਲਾਈਟ ਘੱਟ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਹਾਂ, ਇੱਕ ਸਟੈਬਲਾਈਜ਼ਰ ਜਾਂ ਸਟੇਬਲਾਈਜ਼ਰ ਲਾ ਦਿੰਦੇ ਹਾਂ। ਉਹ ਕੀ ਕਰ ਦਿੰਦਾ, ਜਿਹੜੀ ਘੱਟ ਆ ਰਹੀ ਹੁੰਦੀ ਆਪਣੇ ਕੋਲ ਪੋਟੈਂਸ਼ੀਅਲ ਉਹਨੂੰ ਕੀ ਕਰ ਦਿੰਦਾ, ਉਹ ਹਾਈ ਕਰ ਦਿੰਦਾ। ਜਿਵੇਂ ਆਪਾਂ ਰੈਫ੍ਰਿਜਰੇਟਰ ਦੇ ਉੱਪਰ ਰੱਖ ਦਿੰਦੇ ਹਾਂ ਜਾਂ ਘਰ ਦੇ ਵਿੱਚ ਇੱਕ ਫਿਕਸ ਲਾ ਦਿੰਦੇ ਹਾਂ ਕਾਮਨ, ਜਿਹੜਾ ਬਾਕੀ ਸਾਰਿਆਂ ਲਈ ਕਾਮਨ ਕੰਮ ਕਰੇ। ਇਹ ਆਪਾਂ ਨੂੰ ਆਮ ਜਿਹੜਾ ਮਿਲਦਾ ਹੈਗਾ। ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਮੇਨ ਸਟੱਡੀ ਕਰਾਂਗੇ टाइप्स ऑफ ट्रांसफार्मर। टाइप्स कितनी है? ये टाइप्स ने ਜਿਹੜੀਆਂ ਮੇਨਲੀ ਆਪਾਂ ਨੂੰ 2 ਮਿਲਦੀਆਂ ਨੇ। ਫਸਟ ਟਾਈਪ ਹੈ ਜਿਹੜੀ ਉਹ ਹੈਗੀ ਆਪਣੇ ਕੋਲੇ ਸਟੈਪ ਅਪ ट्रांसफार्मर ਤੇ ਇੱਕ ਆਪਣੇ ਕੋਲ ਜਿਹੜਾ ਮਿਲਦਾ ਹੈ ਸਟੈਪ ਡਾਊਨ। ਤੁਹਾਨੂੰ ਨਾਂ ਤੋਂ ਥੋੜਾ ਜਿਹਾ ਕਲੀਅਰ ਹੋ ਗਿਆ ਉਹ ਵੀ ਸਟੈਪ ਅਪ ਕਿਹੜਾ ਹੋ ਗਿਆ, ਜਿਹੜੇ ਨੇ ਆਪਣਾ ਜਿਹੜਾ ਪੋਟੈਂਸ਼ੀਅਲ ਹੈ ਉਹ ਕੀ ਕਰ ਦੇਣੀ ਹੈ, ਕਨਵਰਟ ਕਰ ਦੇਣੀ ਹੈ ਲੋ ਵਾਲੀ ਨੂੰ ਕਾਹਦੇ ਵਿੱਚ, ਹਾਈ ਦੇ ਵਿੱਚ। ਬਟ ਜਿਹੜਾ ਆਪਣੇ ਕੋਲ ਸਟੈਪ ਡਾਊਨ ਮੀਨਸ ਥੱਲੇ ਲੈ ਕੇ ਜਾਣਾ, ਇਹ ਕੀ ਕਰੂਗਾ, ਜੋ ਅਸੀਂ ਇਹਨੂੰ ਪੋਟੈਂਸ਼ੀਅਲ ਪ੍ਰੋਵਾਈਡ ਕਰਾਂਗੇ ਹਾਈ, ਇਹ ਉਹਨੂੰ ਕੀ ਕਰ ਦੂਗਾ, ਡਾਊਨ ਕਰ ਦੂ। ਇਹ ਮੇਨ ਹੈ। ਹੁਣ ਸਾਡਾ ਕੁਐਸਚਨ ਕੀ ਹੁੰਦਾ ਹੈਗਾ ਵੀ ਸਟੈਪ ਅਪ ਤੇ ਸਟੈਪ ਡਾਊਨ ਟਰਾਂਸਫਾਰਮਰ ਕੀ ਦੇਖਣ ਵਿੱਚ ਜਾਂ ਬਣਾਉਣ ਵਿੱਚ ਕੁਝ ਵੱਖਰੇ ਹੋਣਗੇ? ਤੇ ਬਿਲਕੁਲ ਵੱਖਰੇ ਹੋਣਗੇ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਥੋੜਾ ਜਿਹਾ ਪ੍ਰਿੰਸੀਪਲ ਜਿਹੜਾ ਮੇਨ ਵੀ ਜਿਹਦੇ ਬੇਸ ਤੇ ਕੰਮ ਕਰਦਾ ਹੈ ਉਹਦੀ ਕਲੈਰਿਟੀ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਮੇਨ ਪ੍ਰਿੰਸੀਪਲ ਹੈ ਉਹ ਕਿਹਦੇ ਬੇਸਡ ਹੈਗਾ, EMI ਦੇ ਪ੍ਰੋਸੈਸ ਤੇ। ਪ੍ਰਿੰਸੀਪਲ ਜਿਹੜਾ ਉਹ ਬੇਸਡ ਔਨ EMI ਦਾ ਪ੍ਰੋਸੈਸ। ਇਹ ਤੁਸੀਂ ਕੀ ਪੜ੍ਹਿਆ ਸੀ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਜਿੱਥੇ ਅਸੀਂ ਸਟੱਡੀ ਕੀਤਾ ਮਿਊਚੁਅਲ ਇੰਡਕਸ਼ਨ ਵੀ ਇੱਕ ਫਸਟ ਕੋਇਲ ਹੈ, ਇਹਦੇ ਵਿੱਚੋਂ ਆਪਾਂ ਕਰੰਟ ਪਾਸ ਕਰਤਾ ਤਾਂ ਉਹਦਾ ਜਿਹੜਾ ਉਹਦੇ ਕਰਕੇ ਜਿਹੜਾ ਇੱਕ ਮੈਗਨੈਟਿਕ ਫੀਲਡ ਪੈਦਾ ਹੋਇਆ ਉਹ ਸੈਕੰਡ ਦੇ ਵਿੱਚ ਫਲਕਸ ਚੇਂਜ ਹੋਣ ਕਰਕੇ ਇੱਥੇ EMF ਕੀ ਹੋ ਜਾਂਦੀ ਹੈਗੀ, ਪ੍ਰੋਡਿਊਸ ਹੋ ਜਾਂਦੀ ਹੈ। ਇਹ ਸਾਡੇ ਕੋਲ ਪ੍ਰਾਇਮਰੀ ਕੋਇਲ ਹੁੰਦੀ ਹੈ, ਸੈਕੰਡਰੀ ਤਾਂ ਪ੍ਰਾਇਮਰੀ ਚ ਕਰੰਟ ਪਾਸ ਕਰਦਾ, ਸੈਕੰਡਰੀ ਦੇ ਵਿੱਚ ਜਿਹੜਾ EMF ਹੈ ਉਹ ਪ੍ਰੋਡਿਊਸ ਹੋ ਜਾਂਦੀ ਹੈ। ਤਾਂ ਇਹਨੂੰ EMI ਦਾ ਪ੍ਰੋਸੈਸ ਕਹਿੰਦੇ ਆ। ਇਸ ਦੇ ਬੇਸ ਤੇ ਆਪਣੇ ਟਰਾਂਸਫਾਰਮਰ ਜਿਹੜੇ ਉਹ ਪੋਟੈਂਸ਼ੀਅਲ ਨੂੰ ਵਧਾਉਂਦੇ ਆ ਜਾਂ ਘਟਾਉਂਦੇ। ਤਾਂ ਇਹਦੇ ਲਈ ਇੱਕ ਬਹੁਤ ਸਿੰਪਲ ਜਿਹਾ ਫੰਡ ਹੈ
याद रखने का भी साडा ट्रांसफार्मर जिहड़ा स्टैप अप कदों होगा या स्टैप अप स्टैप डाउन है कदों होगा। आप ये डायग्राम्स जिहड़ियां बना लेंगे। एक साइड में लिख देना स्टैप अप ट्रांसफार्मर ते दूजी साइड अपने को आ जाऊगा स्टैप डाउन ट्रांसफार्मर। ਹੁਣ ਇਹਨਾਂ ਨੂੰ ਬਣਾਉਣ ਦੇ ਵਿੱਚ ਕੀ ਫਰਕ ਹੈ? ਦੋਨਾਂ ਦੇ ਵਿੱਚ ਹੀ ਆਇਰਨ ਕੋਰ ਹੁੰਦੀ ਹੈ। ये सॉफ्ट आयरन तो बनी हुई है। सॉफ्ट आयरन तो बनाने भी यूज करते हैं, ये थोड़ा मैग्नेटाइज ते डीमैग्नेटाइज जल्दी हो जाता है। कि बाहरली कोर अपने को ट्रांसफार्मर की जिहड़ा तुसीं आयरन वगैरह यूज कर सकते। ये कोर है जिहनूं सही मटीरियल ना यूज किया जाए तो जी ट्रांसफार्मर है उसकी एफिशिएंसी बहुत ही चंगी नहीं रहती, माड़ी पै जाती है। तो दोनों साइड अपने को जिहड़ा आयरन या कोर्स जिहड़ियां हो जाती हैं। हुण असीं करना इहदे उपर कॉपर जिहड़ा बाउंड करना है। इधर साडे कोल की होगी प्राइमरी कॉइल, इधर सेकेंडरी, इधर भी प्राइमरी ते सेकेंडरी। हुण आपां स्टैप अप बनाउणा है तो पहला असीं इत्थे किहड़ियां कॉइल्स लावांगे? प्राइमरी ते इधर असीं किहड़ियां लावांगे? सेकेंडरी। स्टैप डाउन बनाउणा है जदों जिवें आपां नूं ग्रिड जिहड़ा मेन हुंदा बिजली दा ਉਹ स्टैप डाउन करके दिंदा है, उत्थे वाला ट्रांसफार्मर हुंदा है। पर जो सप्लाई करनी है किते दूर तक फिर उत्थे स्टैप अप यूज किए जाते हैं लॉन्ग ट्रांसमिशन वास्ते। इन्हों आपां स्टडी करांगे लॉन्ग ट्रांसमिशन। तो तुसीं एक फर्क नोट करोगे दोनों विच की है? कोई मैनूं टाइप करके दस सकदा भी दोनों सेम ही है कि कुछ इन्हां च डिफरेंस है? जो डिफरेंस है तो डी टाइप कर दो, जे सेम ने दोनों तुहानूं देखण च लग रहे हैं तो एस टाइप कर दो। ओके प्रदीप डी, ओके अर्श किरण डी, मतलब डिफरेंट ने। ठीक है भाई, ठीक है जशन डी, सारे सही गैस कर गए। चलो मैं फर्क दस दिना इहदे विच की हैगा। देखो भी जी अपने को ठीक है भी हरमन डिफरेंट ने। फर्क देखो हुण की है भी स्टैप अप, स्टैप अप दे विच की होगा प्राइमरी कॉइल्स की रखांगे आपां घट ते सेकेंडरी कॉइल्स नूं की रखांगे जिहड़ियां टर्न्स लवेटांगे आपां ज़्यादा। ज़्यादा रखांगे तो स्टैप अप बन जू। देखो तो हिंट भी मिल रहा है ना भी स्टैप अप कदों होगा जो आप सेकेंडरी जिहड़ियां कॉइल्स नूं की रखांगे ज़्यादा, क्योंकि ज़्यादा फिर EMF प्रोड्यूस होगी तो उसके नाल आपां नूं आउटपुट भी की मिलूगी ज़्यादा मिलूगी। इधर उल्ट हो गया, प्राइमरी कॉइल्स की नहीं ज़्यादा ने ते उस तो बाद आपां नोट करिए सेकेंडरी कॉइल्स की हो गई घट रह गई, घट रह गई तो ट्रांसफार्मर किहड़ा बन जू साडे कोले स्टैप डाउन। ठीक है, जे घटा दोगे टर्म्स जिहड़ियां सैकेंड वालियां तो उन्हें स्टैप डाउन चला जाना है, जे बढ़ा दोगे तो स्टैप अप बन जाना है। बस ये मेन है इहदे विच। सारिआं नूं क्लीयर है? कोई डाउट है तो मैनूं दसो, कितनी आप इसकी वर्किंग ते कंसंट्रक्शन तो तुहानूं पता लग गई। पेपर दे विच क्वेश्चन ही आउंदा भी इहदा प्रिंसीपल टाइप्स इहदी कंसंट्रक्शन इहदी वर्किंग ते थ्योरी जिहड़ी ਉਹਦੀ डिस्कशन करो तो आप इहदे बेस ते आपां नूं इहदी डिटेल जिहड़ी ਉਹ देनी ਹੁੰਦੀ है। तो इत्थे बस मेन कंसंट्रक्शन तुसीं ये लिखना है भी एक सॉफ्ट आयरन कोर ਹੁੰਦੀ है साडे कोल जिथे असीं प्राइमरी जिहड़ियां कॉइल्स जिहड़ियां वो बाउंड करते हैं ते सैकेंड ते सेकेंडरी कॉइल्स। जे वो प्राइमरी ते सेकेंडरी कॉइल्स असीं किहदे अकॉर्डिंग
बॉन्ड करांगे उन्हां दी नंबरिंग है जी बिल्कुल एक स्टैप अप ते स्टैप डाउन जिहड़ा ट्रांसफार्मर तैयार करना है ਉਹਦੇ अकॉर्डिंग ਸਾਨੂੰ प्राइमरी ते सैकेंडरी ਦੀ ਜਿਹੜੀ काउंटिंग है वो रखनी पैंदी है। नैक्सट ਆਪਾਂ ਗੱਲ ਕਰਦੇ ਹਾਂ जी वर्किंग वर्किंग बहुत सिंपल है भी काम किवें करदा है ਸਾਨੂੰ पता अपने ਕੋਲ ਇੱਕ ਕੀ ਹੈਗੀ प्राइमरी कोयल दूसरी ਕਿਹੜੀ ਆਪਣੇ ਕੋਲ ਸੈਕੰਡਰੀ ਕੋयल ਉਸ ਤੋਂ ਬਾਅਦ ਇਹਨੂੰ ਅਸੀਂ ਕੀ ਕਰੰਟ ਕਿਹੜਾ ਸਪਲਾਈ ਕੀਤਾ ਹੋਇਆ ਹੈਗਾ ਏਸੀ ਇੱਕ ਏਸੀ ਕਰੰਟ ਦਾ ਵੀ ਫਾਇਦਾ ਬਹੁਤ ਹੈ ਵੀ ਇਹਨੂੰ ਨਾ ਸਟੈਪ ਡਾਊਨ ਤੇ ਸਟੈਪ ਅਪ ਤੁਸੀਂ ਬੜਾ ਈਜ਼ੀ ਕਰ ਸਕਦੇ ਜੇ ਡੀਸੀ ਹੁੰਦਾ ਤਾਂ ਉਹਦੇ ਵਿੱਚ ਬਹੁਤ ਡਿਫਿਕਲਟੀ ਆਉਂਦੀ ਹੈਗੀ ਉਹਨੂੰ ਸਟੈਪ ਅਪ ਜਾਂ ਸਟੈਪ ਡਾਊਨ ਕਰਨ ਦੇ ਵਿੱਚ ਇੱਥੇ ਅਸੀਂ ਇਹ ਤੋਂ ਆਊਟਪੁੱਟ ਲਵਾਂਗੇ ਹੁਣ ਮੇਨ ਕੀ ਹੈ ਵੀ ਆਪਾਂ ਨੂੰ ਇਹ ਲੱਗਦਾ ਹੈ ਵੀ ਇੱਥੇ ਜਿਹੜਾ ਫੀਲਡ ਹੈ ਦੇਖੋ ਜਦੋਂ ਅਸੀਂ ਇਹਦੇ ਵਿੱਚੋਂ ਕਰੰਟ ਪਾਸ ਕੀਤਾ ਤਾਂ ਇਹਨੇ ਕੀ ਤਿਆਰ ਕਰ ਦੇਣਾ ਉਹਦਾ ਫੀਲਡ ਇਹਦੇ ਫੀਲਡ ਦੇ ਕਾਰਨ ਕੀ ਹੋਊਗਾ देखो ये करंट पास किया इतने मैग्नैटिक फील्ड प्रोड्यूस हो गया ये मैग्नैटिक फील्ड कह लो या मैग्नैटिक फ्लक्स वो कारण चेंज कि आऊगा सैकेंडरी कोयल दे विच तां इत्थे की प्रोड्यूस हो जू ये फ्लक्स करके ये मैग्नैटिक फील्ड ऑफ लाइन जी पास करनी है इतों चेंज होगा फील्ड तो वो इत्थे की प्रोड्यूस हो जूगी EMF ਤਾਂ ਉਹ ਸਾਨੂੰ ਆਊਟਪੁੱਟ ਦੀ ਫਾਰਮ ਜਿਹੜੀ ਅਬਟੇਨ ਹੋ ਜੂਗੀ ਤਾਂ ਇਹ ਹੈ ਵੀ ਇਹਦਾ ਵਰਕਿੰਗ ਜਿਹੜਾ ਤੁਸੀਂ ਕਹਿ ਸਕਦੇ ਹੋ ਸਿੰਪਲ ਵਰਕਿੰਗ ਦਾ ਮੇਨ ਫੰਡਾ ਉਸ ਤੋਂ ਬਾਅਦ ਆਪਾਂ ਸਟੱਡੀ ਕਰਦੇ ਹਾਂ ਥੋੜੀ ਜਿਹੀ ਥਿਊਰੀ ਬਾਰੇ ਮਤਲਬ ਕੋਈ ਨਿਊਮੈਰੀਕਲ ਆ ਜਾਂਦਾ ਕਲੀਅਰ ਤਾਂ ਉਹ ਅਸੀਂ ਕਿਵੇਂ ਸੋਲਵ ਕਰਨਾ ਮੈਂ ਨੈਕਸਟ ਸਲਾਈਡ ਤੇ ਕਰਦਾ जे किसी ने स्क्रीनशॉट लेना है तो एक बार ले सकता है ओके भी डन ठीक है जसप्रीत अगे बढ़ते हैं आप ਹੁਣ ਆਪਣੇ ਕੋਲ ਥਿਉਰੀ ਆ ਗਈ ਥਿਉਰੀ ਦੇ ਵਿੱਚ ਕੀ ਹੈ ਵੀ ਆਪਾਂ ਇਹ ਮੰਨ ਕੇ ਚੱਲਾਂਗੇ ਵੀ ਇੱਕ ਤਾਂ ਅਸੀਂ ਇੱਥੇ ਹੁਣ ਡਰਾ ਕੀਤਾ ਸੀ ਜਦੋਂ ਦੋ ਤਰ੍ਹਾਂ ਦੀਆਂ ਕੋਇਲਸ ਬਣੀਆਂ ਸੀ ਨਾ ਫਸਟ ਪ੍ਰਾਇਮਰੀ ਤੇ ਨਾਲ ਆਊਟਪੁੱਟ ਲੈਣ ਵਾਸਤੇ ਕੀ ਸੀ ਕਰ ਰਿਹਾ ਸੀ ਯੂਜ਼ ਸੈਕੰਡਰੀ ਪ੍ਰਾਇਮਰੀ ਤੇ ਸੈਕੰਡਰੀ ਹੁਣ ਅਸੀਂ EMF ਕਹਿੰਦੇ ਆ ਵੀ ਇਹਦੇ ਵਿੱਚ ਪ੍ਰੋਡਿਊਸ ਹੁੰਦੀ ਹੈ ਇਹਦੇ ਮੈਗਨੈਟਿਕ ਫਲਕਸ ਦੇ ਕਾਰਨ ਜਦੋਂ ਇਹਦੇ ਵਿੱਚੋਂ ਕਿਹੜਾ ਕਰੰਟ ਪਾਸ ਕਰਦਾ ਹੈ AC ਦਾ ਸਿੰਬਲ ਹੁੰਦਾ ਜੇ DC ਦਾ ਸਿੰਬਲ ਬਣਾਉਣਾ ਹੋਵੇ ਤਾਂ ਸਿੰਪਲ ਤੁਸੀਂ ਇਸ ਤਰ੍ਹਾਂ ਡਾਟਡ ਬਣਾ ਦਿੰਦੇ ਇਹ DC ਕਰੰਟ ਦੀ ਸਾਈਨਿੰਗ ਹੁੰਦੀ ਹੈ ਜਿਹੜੀ AC ਦੀ ਹੁੰਦੀ ਹੈ ਉਹ ਹਮੇਸ਼ਾ ਉਹ ਇਸ ਤਰ੍ਹਾਂ ਬਣਾ ਦਿੱਤੀ ਜਾਂਦੀ ਹੈ ਇਹ ਇਸ ਤਰ੍ਹਾਂ ਕੋ ਬਣਾਉਣੇ ਅਸੀਂ ਕਿਉਂਕਿ ਇਹਦੀ ਜਿਹੜੀ ਆਪਾਂ ਕਹਿੰਦੇ ਆ ਵੀ ਹਾਫ ਹੁੰਦੇ ਆ ਪੋਜ਼ਿਟਿਵ ਤੇ ਨੈਗੇਟਿਵ ਉਹ ਅਲਟਰਨੇਟਲੀ ਉਹ ਚੇਂਜ ਹੁੰਦੇ ਰਹਿੰਦੇ ਨੇ ਆਪਸ ਵਿੱਚ ਚਲੋ ਆਪਾਂ ਨੈਕਸਟ ਇਹਦੀ EMF ਦਾ ਕਰਦੇ ਤੁਸੀਂ ਸਟੱਡੀ ਕੀਤਾ ਸੀ ਨਾ ਵੀ EMF ਹੈ ਜਿਹੜੀ ਉਹਦਾ ਫਾਰਮੂਲਾ ਕਿਸੇ ਮੈਨਸ ਆਪਣੇ ਕੋਲ change in flux ਦੇ ਅਕੋਰਡਿੰਗ number of turns d5 upon dt ਇਹ ਧਿਆਨ ਚੂਸ ਤੁਹਾਡੇ ਸਾਰਿਆਂ ਨੇ ਵੀ ਆਪਾਂ ਜਿੱਥੇ ਫੈਰਾਡੇਸ ਦੇ ਲਾ ਕੀਤੇ ਸੀ ਵੀ EMF ਹੈ ਜਿਹੜੀ ਉਹ ਉਨੀ ਪ੍ਰੋਡਿਊਸ ਹੋ ਜਿੰਨਾ ਅਸੀਂ ਉੱਥੇ ਫਲਕਸ ਦੇ ਵਿੱਚ ਕੀ ਲੈ ਕੇ ਆਵਾਂਗੇ ਚੇਂਜ ਲੈ ਕੇ ਆਵਾਂਗੇ ਤਾਂ ਉਹਦੇ ਅਕੋਰਡਿੰਗ ਆਪਣੇ ਕੋਲ ਜਿਹੜੀ EMF ਹੈ ਉਹ ਤਿਆਰ ਹੋਊਗੀ ਨੈਕਸਟ ਹੈ ਆਪਣਾ ਹੁਣ ਵੀ ਪ੍ਰਾਇਮਰੀ ਕੋਇਲਸ ਵਾਸਤੇ ਜਿਹੜੀ EMF ਹੋਊਗੀ
वो कितनी होगी। प्राइमरी वास्ते साढ़े को आऊगा मैंस एन ये पैर च पी पा देंगे प्राइमरी नंबर ऑफ टर्म्स कितनी रखी d5 ओवर dt। जो सैकेंडरी करांगे तो उन्होंने की रख लांगे एस ना एन एस d5 ओवर dt। ये प्राइमरी कॉइल्स आ गई सैकेंडरी कॉइल्स आ गई। तो असीं की करना इत्थे डिवाइड करना इन फर्स्ट नंबर इक्वेशन कह सकते हैं आप सैकेंड नंबर जो असीं इन्हां नूं फर्स्ट ते सैकेंड दे के चलांगे तो इन्हां नूं असीं की कर दांगे इत्थे डिवाइड। जो डिवाइड करांगे तो अपने कोल की बन जूगा ES अपॉन EP इक्वल ऊपर आ जाएगा मैंस NS d5 ओवर dt नीचे NP P पैर च लिखेंगे d5 ओवर dt। ये आ गया भी ट्रांसफार्मर। ਹੁਣ ਆਪਾਂ ਕੀ ਕਰਨਾ ਹੈ ਤੁਸੀਂ ਦੇਖੋ ਇਹ ਚ ਕੁਝ ਪਾਰਟ ਦਿਖ ਰਿਹਾ ਹੋ ਤੁਹਾਨੂੰ ਵੀ ਕੈਨਸਲ ਹੋ ਸਕਦਾ ਹੈ ਤਾਂ ਕਿਹੜਾ ਕੈਨਸਲ ਹੋ ਰਿਹਾ ਇੱਕ ਇਹ ਵਾਲਾ ਪਾਰਟ ਤੇ ਇੱਕ ਇਹ ਵਾਲਾ ਪਾਰਟ ਜਿਹੜੀ ਇੱਥੇ ਮੈਂਸ ਲੱਗੀ ਹੈ ਮੈਂਸ ਨਾਲ ਮੈਂਸ ਕੈਨਸਲ ਹੋ ਜੂਗੀ ਤਾਂ ਤੁਹਾਡਾ ਐਂਡ ਤੇ ਰਿਜ਼ਲਟ ਕੀ ਬਚਿਆ ਤੁਹਾਡੇ ਕੋਲ ES अपॉन EP के नंबर ऑफ टर्म्स सैकेंडरी दियां ते प्राइमरी दियां। ये तो रिलेशन एक रेडी है EMF प्राइमरी सैकेंडरी ते नंबर ऑफ टर्म्स प्राइमरी ते सैकेंडरी दे लिए तो इन्हों असीं यूज कर सकते हैं भी जो तुहानूं मतलब इन्हां विचों कोई भी 3 थिंग्स जिहड़ियां गिवन हो तो तुसीं न्यूमेरिकल दे विच कैलकुलेशन कर सकते हो प्राइमरी कॉइल सैकेंडरी कॉइल दी भी कितनियां होणियां चाहीदियां ने। नैक्सट है तुहाडे कोल अगला टॉपिक भी जे अपने कोल इनपुट ते आउटपुट है वो पावर सेम हो जी। हुण आपां एक चीज़ इत्थे मेन सिखनी जिहड़ी हुण आपां EMF ते करंट दा रिलेशन है वो तैयार करना उत्थे आपां यूज किहनूं करांगे पावर नूं। पावर तुसीं की पढ़ के हो लास्ट BI पावर BI होंदी है पर पोटेंशियल नूं इत्थे की कह रहे हैं E ते करंट है वो I। तुसीं मन के चलो भी अपना ट्रांसफार्मर है वो ਉਹਦੇ ਵਿੱਚ कोई लॉस नहीं हो रहा जो आप ਉਹਨੂੰ चेंज कर रहे हैं ना तो नो लॉस मतलब किसी टाइप का कोई लॉस नहीं आ रहा ਉਹਦੇ ਵਿੱਚ। जे लॉस नहीं आ रहा तो की होगा साड़ी इनपुट पावर है जो ਅਸੀਂ ਉਹਨੂੰ प्रोवाइड की इनपुट वो किहदे कोल आ जाऊ आउटपुट में। जे इनपुट ते आउटपुट बराबर हो जाए तो इत्थे अपने कोल की आ जाएगा इनपुट पावर EI ते आउटपुट पावर भी EI। इन्हों असीं की लिख देंगे पैर च प्राइमरी पा देंगे सैकेंडरी आ दैन S पा देंगे। लास्ट रिलेशन आपां की बनाया सी ES अपॉन EP तो इत्थे इन्हां दा रिलेशन तैयार करना आपस विच तो ES सारे EP की चला जाए ਉਹਦੇ अपॉन च ये BI है भी BI समझ लो टाइप का ये अपने को की बन गया ES अपॉन EP ते साडे कोल की आ जाऊगा IP S उधर उल्ट चला ये नंबर ऑफ टर्म्स का डायरेक्टली रिलेशन आप लिखा सीगा इत्थे उल्ट आ गया सैकेंडरी के सामने प्राइमरी आ गया प्राइमरी के सामने कितने किया गया सैकेंडरी तो ये ध्यान च रखियो ये भी अपने को एक रिक्वायर्ड जो रिलेशन वो बन चुके इनू ते इनू वॉच करो 3 नंबर ते 4 नंबर आ वाली टर्म
ਤੇ ਆਹ ਵਾਲੀ ਟਰਮ ਸੇਮ ਨਹੀਂ ਹੈਗੀ, ਇਹਦੀ ਲੈਫਟ ਤੇ ਇਹਦੀ ਰਾਈਟ ਸਾਈਡ ਦੇਖੋ ਇਕੁਅਲ ਹੈ ਨਾ, ਇਕੁਅਲ ਤਾਂ ਆਪਾਂ ਦੋਨਾਂ ਨੂੰ ਕੀ ਰੱਖ ਸਕਦੇ ਹਾਂ ਆਪਸ ਵਿੱਚ, ਬਰਾਬਰ ਵੀ ਰੱਖ ਸਕਦੇ, ਤਾਂ ਸਾਡੇ ਕੋਲ ਬਣ ਜੂਗਾ ES upon EP, ਇੱਥੇ ਤੁਸੀਂ ਇਹਨੂੰ ਰੱਖ ਲਓ NS upon NP equal to IP upon IS। ਇਹ ਤੁਹਾਡੇ ਕੋਲ ਰਿਲੇਸ਼ਨ ਤਿਆਰ ਹੋ ਗਿਆ ਨੰਬਰ ਆਫ ਟਰਨਸ ਦਾ, ਕਰੰਟ ਦਾ, EMF ਦਾ। ਇਹਨੂੰ ਯੂਜ਼ ਕਰਕੇ ਤੁਸੀਂ ਕਿਤੇ ਵੀ ਕੀ ਕਰ ਸਕਦੇ ਹੋਗੇ, ਨੂਮੈਰੀਕਲ ਜਿਹੜਾ ਕੋਈ ਉਹ ਸੋਲਵ ਕਰ ਸਕਦੇ ਹੋ। ਨੈਕਸਟ ਵੀ ਹੁਣ ਜਿਹੜਾ ਪਾਰਟ ਹੈ ਦਾ ਆਪਾਂ ਅੱਗੇ ਲੌਂਗ ਟਰਾਂਸਮਿਸ਼ਨ ਸਟੱਡੀ ਕਰਾਂਗੇ, ਤੇ ਸੈਕੰਡ ਤੇ ਆਪਾਂ ਸਟੱਡੀ ਕਰਾਂਗੇ ਇਹਦੇ ਵਿੱਚੋਂ ਜਿਹੜਾ ਵੀ ਪਾਵਰ ਦਾ ਐਕਸਪ੍ਰੈਸ਼ਨ ਜਿਹੜਾ ਇੰਪੋਰਟੈਂਟ ਹੈ। ਜੇ ਕੋਈ ਡਾਊਟ ਹੈ ਤਾਂ ਮੈਨੂੰ ਦੱਸ ਸਕਦੇ ਹੋ, ਨਹੀਂ ਅਦਰਵਾਈਜ਼ ਤੁਸੀਂ ਇਹਦਾ ਇੱਕ ਵਾਰ ਸਕਰੀਨਸ਼ਾਟ ਲੈ ਲਓ, ਕਿ ਵਾਰ ਕੁਝ ਦੇਖਣਾ ਪੈ ਜਾਂਦਾ। ਆ ਕਲੀਅਰ ਹੈ ਸਾਰਿਆਂ ਨੂੰ ਵੀ ਮੈਂ ਇੱਥੇ ਬਰਾਬਰ ਕਿਉਂ ਰੱਖੇ ਸੀ? ਓਕੇ ਵੀ ਠੀਕ ਹੈ ਵੀ ਹਰਮਨ, ਠੀਕ ਹੈ ਵੀ ਜਸ਼ਨ ਕਰ ਲਓ। ਬਸ ਅੱਜ ਟਰਾਂਸਫਾਰਮਰ ਦਾ ਜਿਹੜਾ ਅੱਗੇ ਕੰਟੀਨਿਊ ਕਰ ਲਿਓ, ਜਿਹੜਾ ਪਾਰਟ ਜਿਹੜਾ ਵੀ ਇਹਨੂੰ ਰੀਡ ਆਊਟ ਕਰ ਲਿਓ ਸਾਰਾ, ਠੀਕ ਹੈ ਵੀ। ਬਾਕੀ ਫਿਰ ਕੱਲ ਕਰਦੇ ਆਪਾਂ ਕੰਟੀਨਿਊ ਨੈਕਸਟ ਪਾਰਟ, ਠੀਕ ਹੈ ਵੀ। ਕਲਾਸ ਲੀਵ ਕਰ ਸਕਦੇ ਹੋ।